ਪੌਲਸ ਰਸੂਲ ਦੀ ਪੱਤਰੀ ਕੁਲੂਸੀਆਂ ਨੂੰ ਅਧਿਆਇ 1 ਕੁਲ ਆਇਤਾਂ 29। ਮਸੀਹ ਦੀ ਪ੍ਰਧਾਨਤਾ। ਲਿਖਤਮ ਪੌਲਸ ਜੋ ਪਰਮੇਸ਼ਰ ਦੀ ਇੱਛਾ ਤੋਂ ਮਸੀਹ ਯਿਸੂ ਦਾ ਰਸੂਲ ਹਾਂ, ਨਾਲੇ ਸਾਡਾ ਭਰਾ ਤਿਮੋਥਿਉਸ, ਅੱਗੇ ਜੋਗ ਉਹਨਾਂ ਸੰਤਾਂ ਨੂੰ ਜਿਹੜੇ ਕੁਲੂਸੇ ਦੇ ਵਾਸੀ ਅਤੇ ਮਸੀਹ ਵਿੱਚ ਨਿਹਚਾਵਾਨ ਭਾਈ ਹਨ, ਸਾਡੇ ਪਿਤਾ ਪਰਮੇਸ਼ਰ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ। ਅਸੀਂ ਪਰਮੇਸ਼ਰ ਦਾ ਜੋ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਿਤਾ ਹੈ ਧੰਨਵਾਦ ਕਰਦੇ ਅਤੇ ਨਿਤ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ, ਜਦੋਂ ਅਸੀਂ ਤੁਹਾਡੀ ਨਿਹਚਾ ਦੀ ਜਿਹੜੀ ਮਸੀਹ ਯਿਸੂ ਉੱਤੇ ਹੈ ਅਤੇ ਉਸ ਪ੍ਰੇਮ ਦੀ ਜੋ ਤੁਸੀਂ ਸਭਨਾ ਸੰਤਾਂ ਨਾਲ ਕਰਦੇ ਹੋ ਖਬਰ ਸੁਣੀ। ਇਹ ਉਸ ਆਸ ਦੇ ਕਾਰਨ ਹੈ ਜੋ ਤੁਹਾਡੇ ਲਈ ਸੁਰਗਾਂ ਵਿੱਚ ਰੱਖੀ ਹੋਈ ਹੈ, ਜਿਹਦੀ ਖਬਰ ਤੁਸੀਂ ਖੁਸ਼ਖਬਰੀ ਦੀ ਸੱਚਾਈ ਦੇ ਬਚਨ ਵਿੱਚ ਅੱਗੋਂ ਸੁਣੀ ਅਤੇ ਉਹ ਤੁਹਾਡੇ ਕੋਲ ਆ ਪੁੱਜੀ। ਅਤੇ ਜਿਵੇਂ ਉਹ ਸਾਰੇ ਸੰਸਾਰ ਵਿੱਚ ਵੀ ਫਲਦੀ ਅਰ ਵੱਧਦੀ ਹੈ, ਤਿਵੇਂ ਉਸ ਦਿਨ ਤੋਂ ਜਦ ਤੁਸੀਂ ਉਸ ਨੂੰ ਸੁਣਿਆ ਅਤੇ ਪਰਮੇਸ਼ਰ ਦੀ ਕਿਰਪਾ ਨੂੰ ਸੱਚਾਈ ਨਾਲ ਪਛਾਣਿਆ, ਤੁਹਾਡੇ ਵਿੱਚ ਵੀ ਫਲਦੀ ਅਤੇ ਵੱਧਦੀ ਹੈ। ਜਿਵੇਂ ਤੁਸੀਂ ਸਾਡੇ ਪਿਆਰੇ ਨਾਲ ਦੇ ਕੰਮ ਕਰਨ ਵਾਲੇ ਇਪਫਰਾਸ ਤੋਂ ਸਿੱਖਿਆ, ਜਿਹੜਾ ਸਾਡੇ ਲਈ ਮਸੀਹ ਦਾ ਮਾਤਬਰ ਸੇਵਕ ਹੈ, ਜਿਹਨੇ ਤੁਹਾਡਾ ਉਹ ਪ੍ਰੇਮ ਵੀ ਜੋ ਆਤਮਾ ਤੋਂ ਹੈ ਸਾਨੂੰ ਦੱਸਿਆ। ਇਸ ਕਰਕੇ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ, ਤੁਹਾਡੇ ਲਈ ਇਹ ਪ੍ਰਾਰਥਨਾ ਅਤੇ ਅਰਦਾਸ ਕਰਨ ਤੋਂ ਨਹੀਂ ਹਟਦੇ, ਭਾਈ ਤੁਸੀਂ ਹਰ ਪ੍ਰਕਾਰ ਦੇ ਆਤਮਿਕ ਗਿਆਨ ਅਤੇ ਸਮਝ ਨਾਲ ਉਹਦੀ ਇੱਛਾ ਦੀ ਪਛਾਣ ਤੋਂ ਭਰਪੂਰ ਹੋ ਜਾਓ, ਤਾਂ ਜੋ ਤੁਸੀਂ ਅਜਿਹੀ ਯੋਗ ਚਾਲ ਚੱਲੋ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਨਾਲ ਪਾਵੇ ਅਤੇ ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ਰ ਦੀ ਪਛਾਣ ਵਿੱਚ ਵੱਧਦੇ ਰਹੋ ਅਤੇ ਉਸ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਸਾਰੀ ਸਮਰੱਥਾ ਨਾਲ ਸਮਰੱਥ ਹੋ ਜਾਵੋ, ਤਾਂ ਜੋ ਤੁਸੀਂ ਆਨੰਦ ਨਾਲ ਪੂਰਾ ਸਹਾਰਾ ਅਤੇ ਧੀਰਜ ਕਰੋ ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ, ਜਿਨ ਸਾਨੂੰ ਇਸ ਯੋਗ ਬਣਾਇਆ ਭਾਈ ਚਾਨਣ ਵਿੱਚ ਸੰਤਾਂ ਦੇ ਵਿਰਸੇ ਦੇ ਪੱਤੀਦਾਰ ਹੋਈਏ ਅਤੇ ਸਾਨੂੰ ਅੰਧਕਾਰ ਦੇ ਵਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ। ਉਸ ਦੇ ਵਿੱਚ ਸਾਨੂੰ ਨਿਸਤਾਰਾ ਅਰਥਾਤ ਪਾਪਾਂ ਦੀ ਮਾਫੀ ਮਿਲਦੀ ਹੈ। ਉਹ ਅਲੱਖ ਪਰਮੇਸ਼ਰ ਦਾ ਰੂਪ ਅਤੇ ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਹੈ, ਕਿਉਂ ਜੋ ਆਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ, ਨਾਲੇ ਦਿਸਣ ਵਾਲੀਆਂ ਨਾਲੇ ਨਾ ਦਿਸਣ ਵਾਲੀਆਂ, ਕਿ ਸਿੰਘਾਸਣ, ਕਿ ਰਿਆਸਤਾਂ, ਕਿ ਹਕੂਮਤਾਂ, ਕਿ ਇਖਤਿਆਰ, ਸਭੋ ਕੁਝ ਉਸ ਦੇ ਰਾਹੀਂ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ ਅਤੇ ਉਹ ਸਭ ਤੋਂ ਪਹਿਲਾ ਹੈ ਅਰ ਸਭੋ ਕੁਝ ਉਸੇ ਵਿੱਚ ਕਾਇਮ ਰਹਿੰਦਾ ਹੈ ਅਤੇ ਉਹ ਦੇਹੀ ਦਾ ਅਰਥਾਤ ਕਲੀਸਿਆ ਦਾ ਸਿਰ ਹੈ। ਉਹ ਆਦ ਹੈ ਅਤੇ ਮੁਰਦਿਆਂ ਵਿੱਚੋਂ ਜੇਠਾ ਹੈ, ਭਾਈ ਉਹ ਸਭਨਾਂ ਗੱਲਾਂ ਵਿੱਚ ਪ੍ਰਧਾਨ ਹੋਵੇ, ਕਿਉਂ ਜੋ ਪਿਤਾ ਨੂੰ ਇਹ ਪਾਇਆ ਜੋ ਸਾਰੀ ਸੰਪੂਰਨਤਾਈ ਉਸ ਵਿੱਚ ਵਸੇ ਅਤੇ ਉਸ ਦੀ ਸਲੀਬ ਦੇ ਲਹੂ ਦੇ ਵਸੀਲੇ ਮੇਲ ਕਰਾ ਕੇ ਧਰਤੀ ਉਤਲੀਆਂ ਅਤੇ ਆਕਾਸ਼ ਉਤਲੀਆਂ ਸਾਰੀਆਂ ਵਸਤਾਂ ਨੂੰ ਉਹਦੇ ਰਾਹੀਂ, ਹਾਂ ਉਸੇ ਦੇ ਰਾਹੀਂ ਆਪਣੇ ਨਾਲ ਮਿਲਾਵੇ ਅਤੇ ਤੁਹਾਨੂੰ ਜਿਹੜੇ ਅੱਗੇ ਅੱਡ ਹੋਏ ਅਤੇ ਆਪਣੇ ਕੁਕਰਮਾਂ ਦੇ ਕਾਰਨ ਮਨੋਵੈਰੀ ਸਾਓ, ਉਸਨੇ ਹੁਣ ਉਹਦੀ ਮਾਸ ਦੀ ਕਾਇਆ ਨਾਲ ਮੌਤ ਦੇ ਵਸੀਲੇ ਮਿਲਾ ਲਿਆ, ਤਾਂ ਜੋ ਉਹ ਤੁਹਾਨੂੰ ਪਵਿੱਤਰ, ਨਿਰਦੋਸ਼ ਅਤੇ ਬੇਇਲਜ਼ਾਮ ਆਪਣੇ ਸਨਮੁਖ ਖੜਾ ਕਰੇ। ਪਰ ਤਦ ਜੇ ਤੁਸੀਂ ਨਿਹਚਾ ਦੀ ਨੀਂਹ ਉੱਤੇ ਕਾਇਮ ਤੇ ਪੱਕੇ ਬਣੇ ਰਹੋ ਅਤੇ ਉਸ ਖੁਸ਼ਖਬਰੀ ਦੀ ਆਸ ਤੋਂ ਨਾ ਹਟਾਏ ਜਾਓ, ਜਿਹੜੀ ਤੁਸੀਂ ਸੁਣੀ ਸੀ, ਜਿਹਦਾ ਪ੍ਰਚਾਰ ਆਕਾਸ਼ ਹੇਠਲੀ ਸਾਰੀ ਸ੍ਰਿਸ਼ਟੀ ਵਿੱਚ ਕੀਤਾ ਗਿਆ, ਜਿਹਦਾ ਸੇਵਕ ਮੈਂ ਪੌਲਸ ਹਾਂ। ਹੁਣ ਮੈਂ ਆਪਣੇ ਉਹਨਾਂ ਦੁੱਖਾਂ ਵਿੱਚ ਜੋ ਤੁਹਾਡੇ ਲਈ ਚੱਲਦਾ ਹਾਂ ਆਨੰਦ ਹਾਂ ਅਤੇ ਮਸੀਹ ਦੀਆਂ ਬਿਪਤਾਂ ਦਾ ਘਾਟਾ ਮੈਂ ਉਹਦੀ ਦੇਹੀ ਅਰਥਾਤ ਕਲੀਸਿਆ ਦੇ ਲਈ ਆਪਣੇ ਸਰੀਰ ਵਿੱਚ ਪੂਰਾ ਕਰਦਾ ਹਾਂ। ਮੈਂ ਉਸ ਕਲੀਸਿਆ ਦਾ ਸੇਵਕ ਹੋਇਆ ਉਸ ਮੁਖਤਿਆਰੀ ਮੁਜਬ ਜੋ ਮੈਨੂੰ ਪਰਮੇਸ਼ਰ ਦੀ ਵੱਲੋਂ ਤੁਹਾਡੇ ਲਈ ਦਿੱਤੀ ਹੋਈ ਹੈ, ਭਾਈ ਮੈਂ ਪਰਮੇਸ਼ਰ ਦੇ ਬਚਨ ਦੀ ਪੂਰੀ ਕਥਾ ਕਰਾਂ, ਅਰਥਾਤ ਉਸ ਭੇਤ ਦੀ ਜਿਹੜਾ ਸਾਰਿਆਂ ਯੁੱਗਾਂ ਤੇ ਪੀੜ੍ਹੀਆਂ ਤੋਂ ਗੁਪਤ ਰਿਹਾ, ਪਰ ਹੁਣ ਉਹਦੇ ਸੰਤਾਂ ਉੱਤੇ ਪ੍ਰਗਟ ਹੋਇਆ, ਜਿਨ੍ਹਾਂ ਨੂੰ ਪਰਮੇਸ਼ਰ ਨੇ ਮਹਿਰਮ ਕਰਨਾ ਚਾਹਿਆ। ਭਾਈ ਪਰਾਈਆਂ ਕੌਮਾਂ ਵਿੱਚ ਇਸ ਭੇਤ ਦੇ ਧਨ ਦਾ ਪ੍ਰਤਾਪ ਕੀ ਹੈ, ਸੋ ਇਹ ਮਸੀਹ ਤੁਹਾਡੇ ਵਿੱਚ ਪ੍ਰਤਾਪ ਦੀ ਆਸ ਹੈ, ਜਿਹਦੀ ਅਸੀਂ ਖਬਰ ਦਿੰਦੇ ਹਾਂ
ਅਤੇ ਹਰੇਕ ਮਨੁੱਖ ਨੂੰ ਚਿਤਾਰਦੇ ਅਤੇ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਉਪਦੇਸ਼ ਦਿੰਦੇ ਹਾਂ ਭਈ ਅਸੀਂ ਹਰੇਕ ਮਨੁੱਖ ਨੂੰ ਮਸੀਹ ਵਿੱਚ ਸਿੱਧ ਕਰਕੇ ਪੇਸ਼ ਕਰੀਏ ਅਤੇ ਇਸੇ ਗੱਲੇ ਮੈਂ ਉਹਦੀ ਕਰਨੀ ਦੇ ਅਨੁਸਾਰ ਜੋ ਮੇਰੇ ਵਿੱਚ ਸਮਰੱਥਾ ਨਾਲ ਪਹੁੰਚਦਾ ਹੈ ਵੱਡੇ ਯਤਨ ਨਾਲ ਮਿਹਨਤ ਕਰਦਾ ਹਾਂ। ਪੌਲਸ ਰਸੂਲ ਦੀ ਪੱਤਰੀ ਕੁਲੂਸੀਆਂ ਨੂੰ ਅਧਿਆਇ 2 ਕੁੱਲ ਆਇਤਾਂ 23। ਮਸੀਹ ਵਿੱਚ ਭਰਪੂਰ ਜੀਵਨ ਅਤੇ ਸੰਸਾਰਕ ਫਲਸਫੀ। ਮੈਂ ਚਾਹੁੰਦਾ ਹਾਂ ਭਈ ਤੁਸੀਂ ਇਹ ਜਾਣੋ ਜੋ ਮੈਂ ਤੁਹਾਡੇ ਅਤੇ ਉਹਨਾਂ ਦੇ ਲਈ ਜਿਹੜੇ ਲਾਉਦੀਕੀਆ ਵਿੱਚ ਹਨ ਅਤੇ ਉਹਨਾਂ ਸਭਨਾਂ ਦੇ ਲਈ ਜਿਨ੍ਹਾਂ ਮੇਰਾ ਮੂੰਹ ਨਹੀਂ ਡਿੱਠਾ ਕਿਹੜਾ ਯਤਨ ਕਰਦਾ ਹਾਂ ਤਾਂ ਜੋ ਉਹਨਾਂ ਦੇ ਦਿਲਾਂ ਨੂੰ ਤਸੱਲਾ ਹੋਵੇ ਅਤੇ ਉਹ ਪ੍ਰੇਮ ਵਿੱਚ ਗੁੰਦੇ ਰਹਿਣ ਭਈ ਉਹ ਸਮਝ ਦੀ ਪੂਰੀ ਨੇਚਾ ਦੇ ਸਾਰੇ ਧਨ ਨੂੰ ਪ੍ਰਾਪਤ ਹੋ ਜਾਣ ਅਤੇ ਪਰਮੇਸ਼ਰ ਦੇ ਭੇਤ ਨੂੰ ਜਾਣ ਲੈਣ ਅਰਥਾਤ ਮਸੀਹ ਨੂੰ ਜਿਹਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖਜ਼ਾਨੇ ਗੁਪਤ ਹਨ। ਮੈਂ ਇਹ ਆਖਦਾ ਹਾਂ ਭਈ ਕਿਤੇ ਪੋਟਣੀਆਂ ਗੱਲਾਂ ਨਾਲ ਕੋਈ ਤੁਹਾਨੂੰ ਪਚਲਾ ਨਾ ਲਵੇ ਕਿਉਂ ਜੋ ਮੈਂ ਭਾਵੇਂ ਸਰੀਰ ਕਰਕੇ ਤੁਹਾਥੋਂ ਪਰੋਖੇ ਹਾਂ ਪਰ ਆਤਮਾ ਕਰਕੇ ਤੁਹਾਡੇ ਕੋਲ ਹਾਂ ਅਤੇ ਤੁਹਾਡੀ ਮਰਜ਼ਾਦਾ ਅਤੇ ਤੁਹਾਡੀ ਮਸੀਹ ਉੱਤੇ ਨੇਚਾ ਦੀ ਦ੍ਰਿੜਤਾ ਵੇਖ ਕੇ ਆਨੰਦ ਹੁੰਦਾ ਹਾਂ। ਸੋ ਜਿਵੇਂ ਤੁਸੀਂ ਮਸੀਹ ਯਿਸੂ ਪ੍ਰਭੂ ਨੂੰ ਕਬੂਲ ਕੀਤਾ ਤਿਵੇਂ ਤੁਸੀਂ ਉਹਦੇ ਵਿੱਚ ਚੱਲਦੇ ਜਾਓ ਅਤੇ ਜੜ ਫੜ ਕੇ ਅਤੇ ਉਹਦੇ ਉੱਤੇ ਉਸਰ ਕੇ ਅਤੇ ਆਪਣੀ ਨੇਚਾ ਵਿੱਚ ਦ੍ਰਿੜ ਹੋ ਕੇ ਜਿਵੇਂ ਤੁਹਾਨੂੰ ਉਪਦੇਸ਼ ਹੋਇਆ ਸੀ ਧੰਨਵਾਦ ਬਾਲਾ ਕਰਦੇ ਜਾਓ। ਵੇਖਣਾ ਕਿਤੇ ਕੋਈ ਆਪਣੀ ਫਲਸਫੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ ਕਿਉਂ ਜੋ ਪਰਮੇਸ਼ਰ ਤਾਈ ਦੀ ਸਾਰੀ ਭਰਪੂਰੀ ਉਸੇ ਵਿੱਚ ਦੇਹਧਾਰੀ ਹੋ ਕੇ ਵਸਦੀ ਹੈ ਅਤੇ ਤੁਸੀਂ ਉਹਦੇ ਵਿੱਚ ਸੰਪੂਰਨ ਹੋ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਖਤਿਆਰ ਦਾ ਸਿਰ ਹੈ ਜਿਹਦੇ ਵਿੱਚ ਤੁਸੀਂ ਅਜਿਹੀ ਸੁਨਤ ਨਾਲ ਸੁਨਤੀ ਵੀ ਹੋਏ ਜੋ ਹੱਥਾਂ ਨਾਲ ਕੀਤੀ ਹੋਈ ਨਹੀਂ ਅਰਥਾਤ ਮਸੀਹ ਵਾਲੀ ਸੁਨਤ ਜਿਹਦੇ ਵਿੱਚ ਸਰੀਰਕ ਮਾਸ ਲਾ ਸੁੱਟੀਦਾ ਹੈ। ਤੁਸੀਂ ਬਪਤਿਸਮਾ ਵਿੱਚ ਉਹਦੇ ਨਾਲ ਦੱਬੇ ਗਏ ਜਿਹਦੇ ਵਿੱਚ ਪਰਮੇਸ਼ਰ ਦੀ ਕਰਨੀ ਉੱਤੇ ਨੇਚਾ ਰੱਖ ਕੇ ਜਿਵੇਂ ਉਸਨੇ ਉਹਨੂੰ ਮੁਰਦਿਆਂ ਵਿੱਚੋਂ ਉਠਾਇਆ ਤੁਸੀਂ ਉਹਦੇ ਨਾਲ ਉਠਾਏ ਵੀ ਗਏ ਅਤੇ ਉਸਨੇ ਤੁਹਾਨੂੰ ਜਿਹੜੇ ਆਪਣੇ ਅਪਰਾਧਾਂ ਅਤੇ ਆਪਣੇ ਸਰੀਰ ਦੀ ਅਸੁੰਨਤ ਦੇ ਕਾਰਨ ਮੋਏ ਹੋਏ ਸੋ ਉਹਦੇ ਨਾਲ ਜਿਵਾਲਿਆ ਕਿਉਂ ਜੋ ਉਸਨੇ ਸਾਡੇ ਸਾਰੇ ਅਪਰਾਧ ਸਾਨੂੰ ਮਾਫ ਕੀਤੇ ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ ਉਸਨੇ ਮੇਸ ਦਿੱਤਾ ਅਤੇ ਉਹਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਚੁੱਕ ਸੁੱਟਿਆ। ਉਸਨੇ ਹਕੂਮਤਾਂ ਅਤੇ ਇਖਤਿਆਰਾਂ ਨੂੰ ਆਪਣੇ ਗਲੋਂ ਲਾ ਕੇ ਅਤੇ ਉਸ ਦੇ ਦੁਆਰਾ ਉਹਨਾਂ ਨੂੰ ਫਤਿਹ ਕਰਕੇ ਖੁੱਲਮ ਖੁੱਲਾ ਤਮਾਸ਼ਾ ਬਣਾਇਆ। ਇਸ ਲਈ ਖਾਣ ਪੀਣ ਦਾ ਤਿਉਹਾਰ ਜਾਂ ਅਮੱਸਿਆ ਜਾਂ ਸਪਤਾਹ ਦੇ ਵਿਖੇ ਕੋਈ ਤੁਹਾਡੇ ਉੱਤੇ ਦੋਸ਼ ਨਾ ਲਾਵੇ ਇਹ ਤਾਂ ਹੋਣ ਵਾਲੀਆਂ ਗੱਲਾਂ ਦਾ ਪਰਛਾਵਾਂ ਹਨ ਪਰ ਦੇ ਮਸੀਹ ਦੀ ਹੈ। ਕੋਈ ਮਨੁੱਖ ਅਧੀਨਤਾਈ ਅਤੇ ਦੂਤਾਂ ਦੀ ਪੂਜਾ ਨੂੰ ਪਸੰਦ ਕਰਕੇ ਤੁਹਾਨੂੰ ਇਨਾਮ ਤੋਂ ਕਿਤੇ ਸਖਣਿਆ ਨਾ ਰੱਖੇ ਜਿਹੜਾ ਆਪਣੀ ਸਰੀਰਕ ਬੁੱਧ ਤੋਂ ਅਕਾਰਥ ਫੁੱਲ ਕੇ ਵੇਖੀਆਂ ਹੋਈਆਂ ਗੱਲਾਂ ਉੱਤੇ ਲੱਗਾ ਰਹਿੰਦਾ ਹੈ ਅਤੇ ਉਸ ਸਿਰ ਨੂੰ ਫੜੀ ਨਹੀਂ ਰੱਖਦਾ ਜਿਸ ਤੋਂ ਸਾਰੀ ਦੇਹੀ ਜੋੜਾਂ ਅਤੇ ਪੱਠਿਆਂ ਦੇ ਰਾਹੀਂ ਪਲ ਕੇ ਅਤੇ ਆਪੋ ਵਿੱਚ ਜੁੜ ਕੇ ਪਰਮੇਸ਼ਰ ਦੀ ਵੱਲੋਂ ਵੱਧਦੀ ਜਾਂਦੀ ਹੈ। ਜੇ ਤੁਸੀਂ ਮਸੀਹ ਦੇ ਨਾਲ ਸੰਸਾਰ ਦੀਆਂ ਮੂਲ ਗੱਲਾਂ ਤੋਂ ਮਰ ਗਏ ਤਾਂ ਸੰਸਾਰ ਵਿੱਚ ਜਿਉਂਦਿਆਂ ਵਾਂਗੂ ਕਿਉਂ ਇਹੋ ਜਿਹੀਆਂ ਵਿਧੀਆਂ ਦੇ ਵਸ ਵਿੱਚ ਆਉਂਦੇ ਹੋ ਜਿਹੜੀਆਂ ਮਨੁੱਖਾਂ ਦੀਆਂ ਆਗਿਆ ਅਤੇ ਸਿੱਖਿਆ ਦੇ ਅਨੁਸਾਰ ਹਨ ਜਿਵੇਂ ਹੱਥ ਨਾ ਲਾਵੀਂ ਨਾ ਚੱਖੀ ਨਾ ਛੋਵੀਂ ਇਹ ਸਾਰੀਆਂ ਵਸਤਾਂ ਵਰਤਣ ਨਾਲ ਹੀ ਨਾਸ ਹੋਣ ਵਾਲੀਆਂ ਹਨ ਭਾਵੇਂ ਇਹ ਗੱਲ ਮਨ ਮਤੇ ਦੀ ਪੂਜਾ ਅਤੇ ਅਧੀਨਤਾਈ ਅਤੇ ਦੇਹੀ ਦੀ ਤਪੱਸਿਆ ਕਰਕੇ ਬੁੱਧ ਦੀਆਂ ਪਾਸਦੀਆਂ ਤਾਂ ਹਨ ਪਰ ਸਰੀਰ ਦੀਆਂ ਕਾਮਨਾ ਦੇ ਰੋਕਣ ਲਈ ਉਹ ਕਿਸੇ ਕੰਮ ਦੀਆਂ ਨਹੀਂ। ਪੌਲਸ ਰਸੂਲ ਦੀ ਪੱਤਰੀ ਕੁਲੂਸੀਆਂ ਨੂੰ ਅਧਿਆਇ 3 ਕੁੱਲ ਆਇਤਾਂ 25। ਨਵੀਂ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ। ਸੋ ਜੇ ਤੁਸੀਂ ਮਸੀਹ ਦੇ ਨਾਲ ਜਿਵਾਏ ਗਏ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ਰ ਦੇ ਸੱਜੇ ਪਾਸੇ ਬੈਠਾ ਹੈ। ਉਤਾਹਾਂ ਦੀਆਂ ਗੱਲਾਂ ਉੱਤੇ ਚਿੱਤ ਲਾਓ ਨਾ ਉਹਨਾਂ ਉੱਤੇ ਜਿਹੜੀਆਂ ਧਰਤੀ ਉੱਪਰ ਹਨ ਕਿਉਂ ਜੋ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਗੁਪਤ ਹੋਇਆ ਹੈ
जिस वेले मसीह जो साडा जीवन है प्रगट किया जाएगा, उस वेले तुसी भी उहदे नाल तेज विच प्रगट किए जाओगे। इसलिए तुसी अपने अंगां नूं जो धरती उत्ते हन मार सुट्टो, अर्थात हरामकारी, गंदमंद, कामना, बुरी इच्छा अते लोभ नूं जिहड़ा मूर्ति पूजा है। क्यों जो इन्हां गल्लां दे कारण परमेश्वर दा क्रोध अनाग्याकारी दे पुत्तरां उत्ते पैंदा है, जिन्हां दे राह तुसी भी अगे चलदे साओ, जिस वेले उन्हां विच जीउंदे साओ। पर हुण तुसी इन्हां सारीआं गल्लां नूं अर्थात कोप, क्रोध, बदी, दुर्वचन अते अपने मूहों गंदियां गालां कड्ढणियां छड्ड दिओ। एक दूए नाल झूठ ना मारो, क्यों जो तुसा पुरानी इंसानियत नूं ओदियां करनियां सने ला सुट्टिया अते नवीं नूं पहन लिया, जो पूर्ण ज्ञान लई अपने करतार दे स्वरूप उत्ते नवीं बनदी जांदी है। उत्थे यूनानी अते यहूदी, सुन्नती अते असुन्नती, वहशी अते सकूथी, गुलाम अते आजाद कोई भी नहीं हो सकदा, पर मसीह सबो कुछ अते सबना विच है। सो तुसी परमेश्वर दिया चुनिया होया वांगू जेड़े पवित्र अते प्यारे हन, रहम दिली, दयालगी, अधीनगी, नरमाई अते धीरज नूं पहन लो। अते जे कोई किसे उत्ते गिला रखदा होवे तां एक दूए दी सह लवे अते एक दूए नूं माफ कर देवे। जिवें प्रभु ने तुहानूं माफ कीता, तिवें तुसी भी करो। अते इन्हां सबना दे उत्तों दी प्रेम नूं पा लओ, जिहड़ा संपूर्णताई दा बंध है, अते मसीह दी शांत जिहदे लई तुसी इक्को दे हो के सद्दे भी गए तुहाडे मनां विच राज करे। अते तुसी धन्नवाद करिया करो। मसीह दा वचन पूरी बुद्ध नाल तुहाडे विच बहुता करके वसे, अते तुसी जबूरां अते भजनां अते आत्मक गीतां द्वारा एक दूए नूं उपदेश दिया करो अते चितारिया करो, अते किरपा नाल परमेश्वर नूं अपने मनां विच गाया करो। अते सब जो कुछ तुसी करो, भावें वचन भावें कर्म, सभे ही प्रभु यीशु दे नाम उत्ते करो और ओदे राही पिता परमेश्वर दा धन्नवाद करो। हे पत्नियों, तुसी अपने पतियां दे अधीन होवो, जिवें प्रभु विच जोग है। हे पतियो, तुसी अपनियां पत्नियां नाल प्रेम रखो अते उन्हां नाल कोड़े ना होवो। हे बालको, तुसी सबनी गल्ली अपने मापियां दी आग्याकारी करो, क्यों जो प्रभु विच ए गल मन पाउणी है। हे पिताओ, तुसी अपने बालकां नूं ना खिजाओ, भाई ओ किते मन ना हार देण। हे नौकरो, तुसी सबनी गल्ली अपने संसारक मालकां दी आग्याकारी करो अते मनुखां दे रिझाउण वालियां वांगू विखावे दी नौकरी नहीं, सगों मन दी सफाई नाल प्रभु दे भय नाल करो। जो कुछ तुसी करो सो चित्त ला के प्रभु दे लई करो, ना मनुखां दे लई, क्योंकि तुसी जानदे हो भाई तुहानू प्रभु तो अधिकार दा फल मिलेगा। तुसी मसीह प्रभु दी सेवा करदे हो, क्योंकि जेड़ा कुन्याओ करदा है ओनू उस कुन्याओ दा वट्टा मिलेगा अते पक्षपात हुंदा ही नहीं। पौलुस रसूल दी पत्री कुलुसियां नूं अध्याय 4 कुल आयतां 18। सेवकाई विच पौलुस दे साथी। हे मालको, तुसी अपने नौकरां नाल इहो जिहा वर्तारा करो जेड़ा ऐन ठीक अते यथार्थ है, क्यों जो तुसी जानते हो भाई सुर्ग विच तुहाडा भी एक मालक है। लगातार प्रार्थना करते रहो अते धन्नवाद करदियां होया उस विच सुचेत रहो। नाले साडे लई भी प्रार्थना करो भाई परमेश्वर साडे लई बाणी लई बूहा खोले, तां जो असीं मसीह दे भेत दा वर्णन करिए, जिहदे कारण मैं जकड़िया भी पिया हां। भाई जिवें मैनूं वर्णन करना जोग है तेहा ही उसनूं प्रगट करां। तुसी समय नूं लाहा जाण के बाहरलियां दे अगे होश नाल चलो। तुहाडी गलबात सदा किरपामई अते सलूणी होवे, तां जो तुसी जाणो भाई हरेक नूं किवें उत्तर देना चाहीदा है। तुखिकुस जेड़ा प्रभु विच प्यारा भाई अते मातबर सेवक है अते मेरे नाल दा दास है, मेरा सारा हाल चाल तुहानू दसेगा अते मैं ओनू इसे लई तुहाडे कोल कल्लिया है जो तुसी साडी विथ्या जान लवो अते ओ तुहाडे दिलां नू तसल्ला देवे। मैं ओदे नाल उनेसिमुस नू कल्लिया जेड़ा मातबर अते प्यारा भाई और तुहाडे ही विचों है। ओ इत्थों दीयां सारीयां गल्लां तुहानू दसणगे। अरिस्तर्खुस जो मेरे नाल कैद है, नाले मरकुस जेड़ा बरनबास दा साक है, जिहदे विखे तुहानू हुक्म मिलिया सी
ਜੇ ਉਹ ਤੁਹਾਡੇ ਕੋਲ ਆਵੇ ਤਾਂ ਉਹਦਾ ਆਦਰ ਭਾਵ ਕਰਨਾ। ਅਤੇ ਯਿਸੂ ਜਿਹੜਾ ਯੂਸਤੁਸ ਕਰਕੇ ਸੱਦੀਦਾ ਹੈ, ਇਹ ਜਿਹੜੇ ਸੁੰਨਤੀਆਂ ਵਿੱਚੋਂ ਹਨ ਤੁਹਾਡੀ ਸੁੱਖ ਸਾਂਦ ਪੁੱਛਦੇ ਹਨ। ਪਰਮੇਸ਼ਰ ਦੇ ਰਾਜ ਲਈ ਨਿਰੇ ਇਹੋ ਮੇਰੇ ਨਾਲ ਕੰਮ ਕਰਨ ਵਾਲੇ ਹਨ ਅਤੇ ਇਹਨਾਂ ਤੋਂ ਮੈਨੂੰ ਤਸੱਲੀ ਹੋਈ ਹੈ। ਇਪਫਰਾਸ ਮਸੀਹ ਯਿਸੂ ਦਾ ਦਾਸ ਜਿਹੜਾ ਤੁਹਾਡੇ ਵਿੱਚੋਂ ਹੈ ਤੁਹਾਡੀ ਸੁੱਖ ਸਾਂਦ ਪੁੱਛਦਾ ਹੈ ਅਤੇ ਉਹ ਆਪਣੀਆਂ ਪ੍ਰਾਰਥਨਾ ਵਿੱਚ ਸਦਾ ਤੁਹਾਡੇ ਲਈ ਵੱਡਾ ਯਤਨ ਕਰਦਾ ਹੈ। ਭਾਈ ਤੁਸੀਂ ਪਰਮੇਸ਼ਰ ਦੀ ਸਾਰੀ ਇੱਛਾ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ। ਕਿਉਂ ਜੋ ਮੈਂ ਉਹਦੀ ਸਾਖੀ ਭਰਦਾ ਹਾਂ ਭਾਈ ਉਹ ਤੁਹਾਡੇ ਅਤੇ ਉਹਨਾਂ ਦੇ ਲਈ ਜਿਹੜੇ ਲਾਉਦੀਕੀਆ ਵਿੱਚ ਅਤੇ ਜਿਹੜੇ ਹੀਰਾਪੋਲਿਸ ਵਿੱਚ ਰਹਿੰਦੇ ਹਨ ਬਹੁਤ ਮਿਹਨਤ ਕਰਦਾ ਹੈ। ਲੂਕਾ ਪਿਆਰਾ ਵੈਦ ਅਤੇ ਦੇਮਾਸ ਤੁਹਾਡੀ ਸੁੱਖ ਸਾਂਦ ਪੁੱਛਦੇ ਹਨ। ਤੁਸੀਂ ਉਹਨਾਂ ਭਾਈਆਂ ਨੂੰ ਜਿਹੜੇ ਲਾਉਦੀਕੀਆ ਵਿੱਚ ਰਹਿੰਦੇ ਹਨ ਅਤੇ ਨੂਮਫਾਸ ਨੂੰ ਅਤੇ ਉਸ ਕਲੀਸਿਆ ਨੂੰ ਜੋ ਉਹਦੇ ਘਰ ਵਿੱਚ ਹੈ ਸੁੱਖ ਸਾਂਦ ਆਖੋ। ਅਤੇ ਜਾਂ ਇਹ ਪੱਤਰੀ ਤੁਹਾਡੇ ਵਿੱਚ ਪੜ੍ਹੀ ਗਈ ਹੋਵੇ ਤਾਂ ਇਉਂ ਕਰੋ ਭਾਈ ਇਹ ਲਾਉਦੀਕੀਆ ਦੀ ਕਲੀਸਿਆ ਵਿੱਚ ਵੀ ਪੜ੍ਹੀ ਜਾਵੇ ਅਤੇ ਜਿਹੜੀ ਪੱਤਰੀ ਲਾਉਦੀਕੀਆ ਤੋਂ ਆਵੇ ਉਹ ਤੁਸੀਂ ਵੀ ਪੜ੍ਹੋ। ਅਤੇ ਅਰਖਿਪੁਸ ਨੂੰ ਆਖਣਾ ਭਾਈ ਜਿਹੜੀ ਸੇਵਕਾਈ ਤੈਨੂੰ ਪ੍ਰਭੂ ਵਿੱਚ ਪ੍ਰਾਪਤ ਹੋਈ ਹੈ ਵੇਖੀ ਤੂੰ ਉਸ ਨੂੰ ਪੂਰਿਆ ਕਰੀ। ਅਤੇ ਅਰਖਿਪੁਸ ਨੂੰ ਆਖਣਾ ਭਾਈ ਜਿਹੜੀ ਸੇਵਕਾਈ ਤੈਨੂੰ ਪ੍ਰਭੂ ਵਿੱਚ ਪ੍ਰਾਪਤ ਹੋਈ ਹੈ ਵੇਖੀ ਤੂੰ ਉਸ ਨੂੰ ਪੂਰਿਆ ਕਰੀ। ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ। ਤੁਸਾਂ ਮੇਰੇ ਬੰਧਨਾਂ ਨੂੰ ਚੇਤੇ ਰੱਖਣਾ। ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ।